ਹੁਣ ਕੋਈ ਨਹੀਂ ਹੜਪ ਸਕਦਾ ਤੁਹਾਡੀ ਜ਼ਮੀਨ। ਇਸ ਲਈ ਵੀ ਹੁਣ ਬਣੇਗਾ ਆਧਾਰ। ਜਾਣੋ ਕੀ ਹੈ ਪੂਰਾ ਮਾਮਲਾ। ਜ਼ਮੀਨ ਖਰੀਦੀ ਅਤੇ ਟ੍ਰਾਂਸਫਰ ਕੀਤੀ ਗਈ ਹੈ ਪਰ ਮਕਾਨ ਨਹੀਂ ਬਣਾਇਆ ਗਿਆ, ਪਰ ਡਰ ਹੈ ਕਿ ਕੋਈ ਕਬਜ਼ਾ ਕਰ ਲਵੇ ਜਾਂ ਹੜਪ ਕਰ ਲਵੇ। ਇਸ ਲਈ ਬਸ ਇਹ ਕੰਮ ਕਰੋ, ਕੋਈ ਸਮੱਸਿਆ ਨਹੀਂ ਹੋਵੇਗੀ। ਜਾਇਦਾਦ ਖਰੀਦਣ ਲਈ ਲੋਕ ਬਹੁਤ ਸਾਰਾ ਪੈਸਾ ਲਗਾਉਂਦੇ ਹਨ, ਚੰਗੀ ਜਗ੍ਹਾ ਦੇਖ ਕੇ ਜ਼ਮੀਨ ਖਰੀਦ ਲੈਂਦੇ ਹਨ, ਉੱਥੇ ਰਹਿਣ ਦਾ ਪਲਾਨ ਵੀ ਬਣਾਉਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਜ਼ਮੀਨ ਖਰੀਦ ਲੈਂਦੇ ਹਨ ਪਰ ਉੱਥੇ ਰਹਿੰਦੇ ਨਹੀਂ ਹਨ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਉਸ ਨੂੰ ਦੇਖਣ ਜਾਂਦੇ ਹਨ। ਅਜਿਹੇ 'ਚ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਅਜਿਹੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਂਦੇ ਹਨ, ਉਹਨਾਂ ਨੂੰ ਹੜਪ ਲੈਂਦੇ ਹਨ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ ਅਤੇ ਕਈ ਮੌਕਿਆਂ ਤੇ ਜਿਨ੍ਹਾਂ ਕੋਲ ਜ਼ਮੀਨ ਹੈ ਉਹ ਕਬਜ਼ੇ ਕਰਨ ਵਾਲਿਆਂ ਖਿਲਾਫ ਕੇਸ ਵੀ ਹਾਰ ਜਾਂਦੇ ਹਨ। ਪਰ ਹੁਣ ਸਰਕਾਰ ਨੇ ਇਸ ਦਾ ਬਹੁਤ ਹੀ ਵਧੀਆ ਹੱਲ ਲੱਭ ਲਿਆ ਹੈ ਤਾਂ ਜੋ ਤੁਹਾਡੀ ਜ਼ਮੀਨ ਤੇ ਕੋਈ ਕਬਜ਼ਾ ਨਾ ਕਰ ਸਕੇ। ਹੁਣ ਜ਼ਮੀਨਾਂ ਅਤੇ ਮਕਾਨਾਂ ਯਾਨੀ ਕੋਈ ਵੀ ਅਚਲ ਜਾਇਦਾਦ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਜੇਕਰ ਤੁਸੀਂ ਪਹਿਲਾਂ ਹੀ ਆਪਣੀ ਜ਼ਮੀਨ ਜਾਂ ਘਰ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਹੋਇਆ ਹੈ ਅਤੇ ਜੇਕਰ ਕੋਈ ਉਸ ਜਾਇਦਾਦ ਤੇ ਕਬਜ਼ਾ ਕਰ ਲੈਂਦਾ ਹੈ ਫਿਰ ਉਸ ਨੂੰ ਛਡਾਉਣ ਸਰਕਾਰ ਦਾ ਕੰਮ ਬਣ ਜਾਂਦਾ ਹੈ। ਨਹੀਂ ਤਾਂ ਅਜਿਹੀ ਸਥਿਤੀ ਵਿੱਚ ਸਰਕਾਰ ਤੁਹਾਨੂੰ ਮੁਆਵਜ਼ਾ ਦਿੰਦੀ ਹੈ। ਹੁਣ ਕੋਈ ਨਹੀਂ ਹੜਪ ਸਕਦਾ ਤੁਹਾਡੀ ਜ਼ਮੀਨ। ਇਸ ਲਈ ਵੀ ਹੁਣ ਬਣੇਗਾ ਆਧਾਰ। ਜਾਣੋ ਕੀ ਹੈ ਪੂਰਾ ਮਾਮਲਾ। ਜ਼ਮੀਨ ਖਰੀਦੀ ਅਤੇ ਟ੍ਰਾਂਸਫਰ ਕੀਤੀ ਗਈ ਹੈ ਪਰ ਮਕਾਨ ਨਹੀਂ ਬਣਾਇਆ ਗਿਆ, ਪਰ ਡਰ ਹੈ ਕਿ ਕੋਈ ਕਬਜ਼ਾ ਕਰ ਲਵੇ ਜਾਂ ਹੜਪ ਕਰ ਲਵੇ। ਇਸ ਲਈ ਬਸ ਇਹ ਕੰਮ ਕਰੋ, ਕੋਈ ਸਮੱਸਿਆ ਨਹੀਂ ਹੋਵੇਗੀ। ਜਾਇਦਾਦ ਖਰੀਦਣ ਲਈ ਲੋਕ ਬਹੁਤ ਸਾਰਾ ਪੈਸਾ ਲਗਾਉਂਦੇ ਹਨ, ਚੰਗੀ ਜਗ੍ਹਾ ਦੇਖ ਕੇ ਜ਼ਮੀਨ ਖਰੀਦ ਲੈਂਦੇ ਹਨ, ਉੱਥੇ ਰਹਿਣ ਦਾ ਪਲਾਨ ਵੀ ਬਣਾਉਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਜ਼ਮੀਨ ਖਰੀਦ ਲੈਂਦੇ ਹਨ ਪਰ ਉੱਥੇ ਰਹਿੰਦੇ ਨਹੀਂ ਹਨ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਉਸ ਨੂੰ ਦੇਖਣ ਜਾਂਦੇ ਹਨ। ਅਜਿਹੇ 'ਚ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਅਜਿਹੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਂਦੇ ਹਨ, ਉਹਨਾਂ ਨੂੰ ਹੜਪ ਲੈਂਦੇ ਹਨ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ ਅਤੇ ਕਈ ਮੌਕਿਆਂ ਤੇ ਜਿਨ੍ਹਾਂ ਕੋਲ ਜ਼ਮੀਨ ਹੈ ਉਹ ਕਬਜ਼ੇ ਕਰਨ ਵਾਲਿਆਂ ਖਿਲਾਫ ਕੇਸ ਵੀ ਹਾਰ ਜਾਂਦੇ ਹਨ। ਪਰ ਹੁਣ ਸਰਕਾਰ ਨੇ ਇਸ ਦਾ ਬਹੁਤ ਹੀ ਵਧੀਆ ਹੱਲ ਲੱਭ ਲਿਆ ਹੈ ਤਾਂ ਜੋ ਤੁਹਾਡੀ ਜ਼ਮੀਨ ਤੇ ਕੋਈ ਕਬਜ਼ਾ ਨਾ ਕਰ ਸਕੇ। ਹੁਣ ਜ਼ਮੀਨਾਂ ਅਤੇ ਮਕਾਨਾਂ ਯਾਨੀ ਕੋਈ ਵੀ ਅਚਲ ਜਾਇਦਾਦ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਜੇਕਰ ਤੁਸੀਂ ਪਹਿਲਾਂ ਹੀ ਆਪਣੀ ਜ਼ਮੀਨ ਜਾਂ ਘਰ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਹੋਇਆ ਹੈ ਅਤੇ ਜੇਕਰ ਕੋਈ ਉਸ ਜਾਇਦਾਦ ਤੇ ਕਬਜ਼ਾ ਕਰ ਲੈਂਦਾ ਹੈ ਫਿਰ ਉਸ ਨੂੰ ਛਡਾਉਣ ਸਰਕਾਰ ਦਾ ਕੰਮ ਬਣ ਜਾਂਦਾ ਹੈ। ਨਹੀਂ ਤਾਂ ਅਜਿਹੀ ਸਥਿਤੀ ਵਿੱਚ ਸਰਕਾਰ ਤੁਹਾਨੂੰ ਮੁਆਵਜ਼ਾ ਦਿੰਦੀ ਹੈ। ਹੁਣ ਕੋਈ ਨਹੀਂ ਹੜਪ ਸਕਦਾ ਤੁਹਾਡੀ ਜ਼ਮੀਨ। ਇਸ ਲਈ ਵੀ ਹੁਣ ਬਣੇਗਾ ਆਧਾਰ। ਜਾਣੋ ਕੀ ਹੈ ਪੂਰਾ ਮਾਮਲਾ। ਜ਼ਮੀਨ ਖਰੀਦੀ ਅਤੇ ਟ੍ਰਾਂਸਫਰ ਕੀਤੀ ਗਈ ਹੈ ਪਰ ਮਕਾਨ ਨਹੀਂ ਬਣਾਇਆ ਗਿਆ, ਪਰ ਡਰ ਹੈ ਕਿ ਕੋਈ ਕਬਜ਼ਾ ਕਰ ਲਵੇ ਜਾਂ ਹੜਪ ਕਰ ਲਵੇ। ਇਸ ਲਈ ਬਸ ਇਹ ਕੰਮ ਕਰੋ, ਕੋਈ ਸਮੱਸਿਆ ਨਹੀਂ ਹੋਵੇਗੀ। ਜਾਇਦਾਦ ਖਰੀਦਣ ਲਈ ਲੋਕ ਬਹੁਤ ਸਾਰਾ ਪੈਸਾ ਲਗਾਉਂਦੇ ਹਨ, ਚੰਗੀ ਜਗ੍ਹਾ ਦੇਖ ਕੇ ਜ਼ਮੀਨ ਖਰੀਦ ਲੈਂਦੇ ਹਨ, ਉੱਥੇ ਰਹਿਣ ਦਾ ਪਲਾਨ ਵੀ ਬਣਾਉਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਜ਼ਮੀਨ ਖਰੀਦ ਲੈਂਦੇ ਹਨ ਪਰ ਉੱਥੇ ਰਹਿੰਦੇ ਨਹੀਂ ਹਨ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਉਸ ਨੂੰ ਦੇਖਣ ਜਾਂਦੇ ਹਨ। ਅਜਿਹੇ 'ਚ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਅਜਿਹੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਂਦੇ ਹਨ, ਉਹਨਾਂ ਨੂੰ ਹੜਪ ਲੈਂਦੇ ਹਨ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ ਅਤੇ ਕਈ ਮੌਕਿਆਂ ਤੇ ਜਿਨ੍ਹਾਂ ਕੋਲ ਜ਼ਮੀਨ ਹੈ ਉਹ ਕਬਜ਼ੇ ਕਰਨ ਵਾਲਿਆਂ ਖਿਲਾਫ ਕੇਸ ਵੀ ਹਾਰ ਜਾਂਦੇ ਹਨ। ਪਰ ਹੁਣ ਸਰਕਾਰ ਨੇ ਇਸ ਦਾ ਬਹੁਤ ਹੀ ਵਧੀਆ ਹੱਲ ਲੱਭ ਲਿਆ ਹੈ ਤਾਂ ਜੋ ਤੁਹਾਡੀ ਜ਼ਮੀਨ ਤੇ ਕੋਈ ਕਬਜ਼ਾ ਨਾ ਕਰ ਸਕੇ। ਹੁਣ ਜ਼ਮੀਨਾਂ ਅਤੇ ਮਕਾਨਾਂ ਯਾਨੀ ਕੋਈ ਵੀ ਅਚਲ ਜਾਇਦਾਦ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਜੇਕਰ ਤੁਸੀਂ ਪਹਿਲਾਂ ਹੀ ਆਪਣੀ ਜ਼ਮੀਨ ਜਾਂ ਘਰ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਹੋਇਆ ਹੈ ਅਤੇ ਜੇਕਰ ਕੋਈ ਉਸ ਜਾਇਦਾਦ ਤੇ ਕਬਜ਼ਾ ਕਰ ਲੈਂਦਾ ਹੈ ਫਿਰ ਉਸ ਨੂੰ ਛਡਾਉਣ ਸਰਕਾਰ ਦਾ ਕੰਮ ਬਣ ਜਾਂਦਾ ਹੈ। ਨਹੀਂ ਤਾਂ ਅਜਿਹੀ ਸਥਿਤੀ ਵਿੱਚ ਸਰਕਾਰ ਤੁਹਾਨੂੰ ਮੁਆਵਜ਼ਾ ਦਿੰਦੀ ਹੈ।